कि तुसी जानते हो कि साडे हिंदुस्तान नूं आज़ाद होए 60 साल तो भी वध हो गए ने, पर कई लोगों का कहना है कि साडा हिंदुस्तान अज भी गुलाम है। आओ आपां जनता तो पुछदे हां कि वो इस गल तो किन्ने को सहमत ने। तुहानूं लगदा है कि साडा हिंदुस्तान अज भी गुलाम है? गुलाम है। साडा हिंदुस्तान अज भी गुलाम है ते असीं पहलां भी गुलाम सी, पर अज असीं ज़्यादा हैं क्योंकि असीं अज भ्रिष्टाचार दे गुलाम हां। मां दी ते कदर ही नहीं हैगी किसी चीज़ की। कि अज भी साडा हिंदुस्तान गुलाम है? ਸਾਨੂੰ ਤਾਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਹੈਗਾ, ਕਿਉਂਕਿ ਲੀਡਰ ਆਉਂਦੇ ਆ ਇੱਥੇ ਸਾਡੇ ਲੋਕਾਂ ਦਾ ਕੰਮ ਕੀ ਫੜਿਆ ਹੈ, ਟਾਕੀ ਖੋਲਣੀ ਹੈ ਤੇ ਟਾਕੀ ਲਾਉਣੀ ਆ, ਨਾ ਕਹਿੰਦੇ ਪੁੱਛਣਾ ਸੜਕ ਨਾ ਬਿਜਲੀ ਜਾਂ ਹੋਰ ਪੰਜਾਬ ਦਾ ਕੀ ਹਾਲ ਆ। ਉਹਦੇ ਨਹੀਂ ਹੈਗੇ ਕੋਈ ਲਿਹਾਜ਼ਾਂ ਪੂਜਣ ਤੇ ਲੱਗੇ ਹੋਏ ਨੇ, ਉਹ ਕਹਿੰਦੇ ਚਲੋ ਚੌਧਰੀ ਚੱਲੂ ਮਾੜੀ ਮੋਟੀ ਜੇ ਕਿਸੇ ਮੰਤਰੀ ਨਾ ਬਣੀ ਹੋਊ, ਇਹ ਗੱਲ ਕਰਕੇ ਗੁਲਾਮ ਹੀ ਆ। ਬਹੁਤ ਗਰੀਬੀ ਹੈ ਦੇਸ਼ ਤੇ, ਗਰੀਬਾਂ ਨੂੰ ਕੋਈ ਪੁੱਛਦਾ ਨਹੀਂ ਜੀ। ਬੱਚਿਆਂ ਦੀ ਪੜ੍ਹਾਈਆਂ ਦਾ ਬਹੁਤ ਮੁਸ਼ਕਲ ਹੋਇਆ ਪਿਆ, ਫੀਸਾਂ ਬਹੁਤ ਵੱਧ ਚੁੱਕੀਆਂ ਨੇ, ਇਸ ਕਰਕੇ ਗਰੀਬਾਂ ਦਾ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ। ਸਿਲੰਡਰਾਂ ਦੀ ਕੀਮਤ ਬਹੁਤ ਵੱਧ ਚੁੱਕੀ ਹੈ, बहुत ज़्यादा गरीबी इस तरह तो आ सकती है। जनता के जवाब तो तुसी सुन ही ले, पर कई लोगों का कहना है कि साडा हिंदुस्तान आज भी गुलाम है। पर पहला दी गुलामी चंगी सी आज दे पिछड़चार नालों। पिछड़चार दे खिलाफ जनता दे दिलों विच आग एक ज्वालामुखी दा रूप धारण कर रही है। तो आओ आपां देखदे हां कि ये कद तक लगी रहिंदी। मां मैं भर्ती देखन जा रहा। ते रोटी ते खांदा जा। रोटी तो हुण भर्ती होने तो बाद ही खावांगा। हरमनजीत सिंह। यस सर। सुरिंदरपाल सिंह। धालीवाल। यस सर। सारे मंत्री साहब ने लिख दी। हिम्मत सिंह। यस सर। सॉरी सर मैं हर चीज़ फिट हाँ। तेनू किसने पूछा? फिट अनफिट असी देखना। पर सर मिन्नती तो की नहीं। ओके काका, मिनती असी अखां नाल करदे हां। नहीं सर तुसी मिन्नती अखां नाल नहीं पैसे नाल करदे हो। शट अप, दफा हो जा। मैं तो बंदे दे हड़क थानियां अंदरां कढ ला। तस्करी नशे दी तस्करी साडे राज विच। चल आड़े तू मारे मेरी मां नू। तैनूं दसदे आ जाके जनानियां दे कम घर सामभना हुंदा, असा बेचना नहीं। अंकल जी
ਮੇਰੀ ਮੰਮੀ ਨੂੰ ਪੁਲਿਸ ਸਕੂਟਰੀ ਅੰਕਲ ਜੀ। ਕੀ ਗੱਲ ਹੋ ਗਈ? ਪਤਾ ਨਹੀਂ ਅੰਕਲ, ਛੇਤੀ ਚਲੋ ਅੰਕਲ ਜੀ। ਕਿਸਾਨ ਯੂਨੀਅਨ ਜਿੰਦਾਬਾਦ। ਭ੍ਰਿਸ਼ਟਾਚਾਰ ਬੰਦ ਕਰੋ। ਕਿਸਾਨ ਯੂਨੀਅਨ ਜਿੰਦਾਬਾਦ। ਕਿਸਾਨ ਯੂਨੀਅਨ ਜਿੰਦਾਬਾਦ। ਸਾਡੇ ਹੱਕ ਕਿਸਾਨ ਯੂਨੀਅਨ ਜਿੰਦਾਬਾਦ। ਕਿਸਾਨ ਯੂਨੀਅਨ ਜਿੰਦਾਬਾਦ। ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਕਿਵੇਂ ਧਰਨਾ ਲਾਇਆ ਹੋਇਆ ਹੈ। ਭ੍ਰਿਸ਼ਟਾਚਾਰ ਬੰਦ ਕਰੋ। ਮਹਿੰਗਾਈ, ਬੇਰੁਜ਼ਗਾਰੀ, ਥਾਂ ਲੁੱਟ ਖਸੁੱਟ, ਬਿਜਲੀ ਦੇ ਕੱਟ, ਮਾਰਕੁੱਟ, ਕਿਸਾਨਾਂ ਨਾਲ ਧੱਕੇਸ਼ਾਹੀ, ਇਸ ਮੁੱਦੇ ਤੇ ਬੈਠੇ ਇਹ ਲੋਕ ਸਰਕਾਰ ਨੂੰ ਆਪਣੇ ਦਰਦ ਸੁਣਾ ਰਹੇ ਨੇ, ਪਰ ਸਰਕਾਰ ਬੇਖੌਫ ਬੇਦਰਦੀ ਦੀ ਚਾਦਰ ਤਾਣ ਕੇ ਆਪਣੇ ਘਰਾਂ ਵਿੱਚ ਏਸੀ ਵਿੱਚ ਚੁੱਪਚਾਪ ਸੋ ਰਹੀ ਹੈ। ਤਾਂ ਆਓ ਆਪਾਂ ਪੁੱਛਦੇ ਹਾਂ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਤੋਂ ਕਿ ਉਹਨਾਂ ਦਾ ਇਸ ਗੱਲ ਤੇ ਕੀ ਕਹਿਣਾ ਹੈ। ਤੁਸੀਂ ਇੱਥੇ ਧਰਨਾ ਲਾਇਆ ਹੋਇਆ, ਕਿਸ ਮੁੱਦੇ ਤੇ ਤੁਸੀਂ ਧਰਨਾ ਲਾਇਆ ਤੇ ਤੁਹਾਡੀ ਸਰਕਾਰ ਤੋਂ ਕੀ ਮੰਗਾਂ ਨੇ? ਦੇਖੋ ਜੀ, ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ, ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਕਿਸਾਨ ਜਿਹੜਾ ਉਹ ਰੁਲ ਰਿਹਾ ਮੰਡੀ ਦੇ ਵਿੱਚ, ਬਿਲਕੁਲ ਵੀ ਸਾਨੂੰ ਆਪਣਾ ਭਾਅ ਸਹੀ ਨਹੀਂ ਮਿਲ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਿਹੜਾ ਸਹੀ ਮੁੱਲ ਮਿਲੇ ਤੇ ਸਮੇਂ ਸਿਰ ਜਿਹੜੀ ਪੈਸੇ ਦੀ ਅਦਾਇਗੀ ਹੋਵੇ। ਸੋ ਇਹ ਤੁਸੀਂ ਕਾਨੂੰਨ ਤੋੜ ਰਹੇ ਹੋ ਬਈ, ਲੋਕਾਂ ਦੀ ਸ਼ਾਂਤੀ ਭੰਗ ਕਰ ਰਹੇ ਹੋ। ਇਹਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਹਾਂਜੀ ਪ੍ਰਧਾਨ ਜੀ ਸਾਹਿਬ, ਕੀ ਰੌਲਾ ਪਾਇਆ ਹੋਇਆ? ਮੰਤਰੀ ਸਾਹਿਬ ਨੇ ਬੰਦ ਕਰਨ ਦਾ ਹੁਕਮ ਦਿੱਤਾ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਸਾਨਾਂ ਦੀ ਆਵਾਜ਼ ਨੂੰ ਕਦੋਂ ਤੱਕ ਦਬਾਓਗੇ? ਇਹ ਆਵਾਜ਼ ਇੱਕ ਦਿਨ ਦਿੱਲੀ ਦਾ ਤਖਤਾ ਪਲਟ ਦੂਗੀ। ਕਿਸਾਨ ਯੂਨੀਅਨ ਜਿੰਦਾਬਾਦ। ਕਿਸਾਨ ਯੂਨੀਅਨ ਜਿੰਦਾਬਾਦ। ਪ੍ਰਧਾਨ ਜੀ ਪਿਆਰ ਹੈ, ਧੱਕਾ ਤਾਂ ਪੰਜਾਬ ਪੁਲਿਸ ਦਾ ਦੇਖਿਆ ਨਹੀਂ ਤੁਸੀਂ। ਸਿਆਣੇ ਬਣੋ ਸਿਆਣੇ। ਕਿਸਾਨ ਯੂਨੀਅਨ ਜਿੰਦਾਬਾਦ। ਕਿਸਾਨ ਬਣੋ ਜਿੰਦਾਬਾਦ। ਕਿਸਾਨ ਯੂਨੀਅਨ ਤੁਸੀਂ ਹੁਣੇ ਦੇਖਿਆ ਕਿਵੇਂ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕਿਤੇ ਇਹ ਨਾ ਹੋਵੇ ਕਿ ਇਹ ਆਵਾਜ਼ ਕੋਈ ਭਿਅੰਕਰ ਰੂਪ ਧਾਰਨ ਕਰ ਲਵੇ। ਮੈਂ ਨੈਂਸੀ ਅਰੋੜਾ, ਚੈਨਲ ਡੀਜੀ ਕੇਵਲ, ਕੈਮਰਾਮੈਨ ਲੈਂਬਰ ਦੇ ਨਾਲ। ਤੁਸੀਂ ਸਾਨੂੰ ਦੱਸ ਸਕਦੇ ਕਿ ਇਸ ਕਤਲ ਪਿੱਛੇ ਕਿਸ ਦਾ ਹੱਥ ਹੈ? ਇਹਦਾ ਲੁੱਟਣ ਵਾਲੇ ਆਏ ਸੀਗੇ ਜੀ, ਉਹਨਾਂ ਨੇ ਮਾਰਿਆ ਜੀ। ਤੇ ਖੂਨ ਕਿਵੇਂ ਹੋਇਆ? ਇਹ ਲਟੇਰਿਆਂ ਨੇ ਕਰਿਆ ਜੀ। ਮੇਰਾ ਨਾਂ ਹੈ ਉਦੇਪਾਲ ਸਿੰਘ ਚੀਮਾ, ਤੁਸੀਂ ਤਾਂ ਮੈਨੂੰ ਜਾਣਦੇ ਹੋ। ਕੰਵਰਪਾਲ ਸਿੰਘ ਮੇਰਾ ਛੋਟਾ ਭਰਾ ਹੈ, ਉਸ ਨੂੰ ਮੈਂ ਆਪਣੇ ਪੁੱਤਾਂ ਵਾਂਗ ਪਾਲਿਆ। ਜੇ ਕੋਰਟ ਕਚਹਿਰੀ ਜਾਂ ਥਾਣੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਵੀ ਉਹੀ ਹਾਲ ਹੋ ਜੋ ਤੁਹਾਡੇ ਪੁੱਤੀ ਦਾ। ਅਜੇ ਤਾਂ ਇੱਕ ਮੈਂ ਦੇਖਿਆ ਜਨਤਾ ਦੇ ਲੋਕਪ੍ਰਿय ਨੇਤਾ ਸੂਰਜ ਉਦੈ ਸਿੰਘ ਜੀ ਹੁਣੇ ਇੱਥੇ ਆਏ ਸੀ ਤੇ ਜਨਤਾ ਨੂੰ ਭਰੋਸਾ ਸੀ ਕਿ ਉਹ ਇਸ ਮੁੱਦੇ ਤੇ ਕੁਝ ਨਾ ਕੁਝ ਵਿਚਾਰ ਕਰਨਗੇ, ਪਰ ਉਹ ਜਿਸ ਤਰ੍ਹਾਂ ਇੱਥੇ ਆਏ ਤੇ ਆ ਕੇ ਚਲੇ ਗਏ, ਉਹਨਾਂ ਨੂੰ ਦੇਖ ਕੇ ਲੱਗਾ ਕਿ ਉਹ ਇਸ ਕ੍ਰਾਈਮ ਦੇ ਖਿਲਾਫ ਨਹੀਂ, ਕ੍ਰਾਈਮ ਦੇ ਨਾਲ ਨੇ। ਤਾਂ ਹੁਣ ਸਾਡੀ ਜਨਤਾ ਨੂੰ ਖੁਦ ਹੀ ਫੈਸਲਾ ਕਰਨਾ ਪਵੇਗਾ ਕਿ ਇਸ ਕ੍ਰਾਈਮ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਮੰਤਰੀ ਸਾਹਿਬਾਨ, ਜਿਹੜਾ ਕ੍ਰਾਈਮ ਦਾ ਮਸਲਾ ਹੈ ਹੁਣ ਇਹ ਇਕੱਲੇ ਲੋਕਾਂ ਦਾ ਮਸਲਾ ਨਹੀਂ ਰਿਹਾ, ਇਹ ਮਸਲਾ ਸਾਡਾ ਵੀ ਬਣ ਗਿਆ ਕਿਉਂਕਿ ਸਟੇਟ ਦੇ ਵਿੱਚ ਇਸ ਵਕਤ ਸਾਡੀ ਸਰਕਾਰ ਹੈ। ਤੁਹਾਡੀ ਸਰਕਾਰ ਨੇ ਤਾਂ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਤੇ ਤੁਸੀਂ ਸਾਡੇ ਤੇ ਇਹ ਬਾਰ-ਬਾਰ ਇਲਜ਼ਾਮ ਕਿਉਂ ਲਾ ਰਹੇ ਹੋ? ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਤੇ ਇਹੀ ਹਾਲ ਸੀ। ਕੋਈ ਹੱਦ ਜਾਂ ਤਮਦਾਜ ਜਾਂ ਨਵਾਂ ਤਾਂ ਲੋਕਾਂ ਦਾ ਭਰੋਸਾ ਹੋ ਜਾਊਗਾ। ਭਰੋਸਾ ਕਿਵੇਂ ਉੱਠ ਜੂ? ਜਨਤਾ ਸ਼ਰਾਬ ਦੀ ਭੁੱਖੀ ਆ। ਨਾਲੇ ਕਿਹੜੀ ਜਨਤਾ ਦੀ ਗੱਲ ਕਰਦੇ ਹੋ ਜੀ? ਇਹ ਤਾਂ ਕੁੱਤੇ ਦੇ ਸਮਾਨ ਆ। ਬੁਰਕੀ ਪਾਓ ਤੇ ਪੂਛ ਹਿਲਾਉਂਦੀ ਮਗਰ ਤੁਰੀ ਆਓ। ਮਾਫ ਕਰਨਾ ਜੀ, ਹੁਣ ਇਹ ਜਨਤਾ ਨਾਅਰੇਬਾਜ਼ੀ ਕਰਨ ਲਈ ਸੜਕਾਂ ਤੇ ਉਤਰੀ ਆਈਏ। ਇਸ ਤੋਂ ਪਹਿਲਾਂ ਕਿ ਜਨਤਾ ਦੇ ਹੱਥ ਸਾਡੇ ਕੱਪੜਿਆਂ ਤੱਕ ਪਹੁੰਚਣ, ਸਾਨੂੰ ਇਸ ਦੇ ਖਿਲਾਫ ਕੋਈ ਠੋਸ ਕਦਮ ਉਠਾਉਣਾ ਚਾਹੀਦਾ। ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਕਦਮ ਉਠਾਈਏ ਤੇ ਉਠਾਈਏ ਕਿਹੜਾ? ਜਿਹੜਾ ਕਦਮ ਉਠਾਉਣੇ ਆ ਉਹ ਸਾਡੇ ਵੱਲ ਨੂੰ ਹੀ ਆ ਜਾਂਦਾ। ਵਧੇਰ ਸਾਹਿਬ, ਤੁਸੀਂ ਕਿਉਂ ਚੁੱਪ ਬੈਠੇ ਹੋ? ਸਰਕਾਰ ਤੇ ਜਦੋਂ ਵੀ ਕਿਸੇ ਕਿਸਮ ਦੀ ਮੁਸ਼ਕਲ ਆਈ ਹੈ ਤੁਸੀਂ ਬੜਾ ਸਾਥ ਦਿੱਤਾ ਤੇ ਉਸ ਮਸਲੇ 'ਚੋਂ ਸਰਕਾਰ ਨੂੰ ਕੱਢਿਆ। ਅੱਜ ਵੀ ਤੁਸੀਂ ਕੋਈ ਨਾ ਕੋਈ ਦਿਮਾਗ ਲੜਾ ਕੇ ਕੋਈ ਨੁਕਤਾ ਲੱਭੋ ਤੇ ਸਰਕਾਰ ਨੂੰ ਇਸ ਸਮੱਸਿਆ 'ਚੋਂ ਬਾਹਰ ਕੱਢੋ। ਹੱਲ ਤਾਂ ਹੈ,
ਪਰ ਡਰ ਇਹ ਆ ਵੀ ਕਿਤੇ ਆਪਣੇ ਵੀ ਬਹੁਤ ਸਾਰੇ ਚਿਹਰੇ ਬੇਨਕਾਬ ਹੋ ਜਾਣਗੇ। ਦੇਰ ਸਾਹਿਬ ਜੋ ਬੋਲਣਾ ਖੁੱਲ ਕੇ ਬੋਲੋ। ਸੀਐਮ ਸਾਹਿਬ, ਸਾਡੇ ਰਾਜ ਨਾਲੋਂ ਕਈ ਗੁਣਾ ਜ਼ਿਆਦਾ ਕ੍ਰਾਈਮ ਤੇ ਭ੍ਰਿਸ਼ਟਾਚਾਰ ਬੰਬੇ ਦੇ ਵਿੱਚ ਸੀ। ਕਿਉਂ ਨਾ ਆਪਾਂ ਕਿਸੇ ਇਨਕਾਊਂਟਰ ਸਪੈਸ਼ਲਿਸਟ ਨੂੰ ਉੱਥੋਂ ਬੁਲਾ ਕੇ ਕ੍ਰਾਈਮ ਨੂੰ ਖਤਮ ਕਰੀਏ? ਕਿਉਂ? ਸਾਡੇ ਰਾਜ ਦੇ ਵਿੱਚ ਵੀ ਬਹੁਤ ਵਧੀਆ ਵਧੀਆ ਪੁਲਿਸ ਅਫਸਰ ਨੇ ਜਿਹੜੇ ਕ੍ਰਾਈਮ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਆ। ਜਵਾਬ ਤਾਂ ਦੇ ਸਕਦੇ ਆ ਜੀ, ਪਰ ਉਹਨਾਂ ਤੇ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਆਪਣਾ ਅਮਾਨ ਵੇਚ ਦੇਣ। ਦੇਰ ਸਾਹਿਬ ਕੀ ਨਾਂ ਹੈ ਉਹਦਾ? ਉਹਦਾ ਨਾਂ ਹੈ ਬਾਲੀ ਕੱਕੜ। ਫਿਰ ਬੁਲਾਓ ਉਹਨੂੰ। ਸਾਹਿਬ ਪਲੈਨਿੰਗ ਕੀ ਹੈ ਤੁਹਾਡੀ? ਕ੍ਰਾਈਮ ਤੇ ਭ੍ਰਿਸ਼ਟਾਚਾਰ ਨਾਲ ਪੰਜਾਬ ਅੱਜ ਜੂਝ ਰਿਹਾ ਹੈ। ਭਾਰਤ ਅੱਜ ਵੀ ਸੋਨੇ ਦੀ ਚਿੜੀ ਹੈ, ਪਰ ਕਈ ਮੁਲਕਾਂ ਦਾ ਸੁਪਨਾ ਹੈ ਕਿ ਉਹ ਭਾਰਤ ਤੇ ਰਾਜ ਕਰੇ। ਅੰਗਰੇਜ਼ਾਂ ਨੇ ਜਦੋਂ ਭਾਰਤ ਤੇ ਰਾਜ ਕੀਤਾ ਸੀ ਤਾਂ ਉਦੋਂ ਨੌਜਵਾਨ ਪੀੜ੍ਹੀ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। 21 ਸਾਲ ਦੀ ਉਮਰ ਸੀ ਭਗਤ ਸਿੰਘ ਦੀ। ਅੰਗਰੇਜ਼ਾਂ ਨੂੰ ਉਹਨੇ ਹਿਲਾ ਕੇ ਰੱਖ ਦਿੱਤਾ ਸੀ ਤੇ ਉਸੇ ਹੀ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰਨ ਲਈ ਵਿਦੇਸ਼ੀ ਮੁਲਕ ਭਾਰਤ ਵਿੱਚ ਨਸ਼ਾ ਭੇਜ ਰਿਹਾ ਹੈ। ਤੇ ਤੁਸੀਂ ਜਾਣਦੇ ਹੋ ਉਹ ਨਸ਼ਾ ਕਿਵੇਂ ਆਉਂਦਾ ਹੈ? ਉਹ ਨਸ਼ਾ ਗਰੀਬ ਨਹੀਂ ਅਮੀਰ ਲੈ ਕੇ ਆਉਂਦਾ ਹੈ। ਅਮੀਰ ਖੈਰ ਛੱਡੋ, ਇਹ ਤਾਂ ਸੀ ਨਸ਼ੇ ਦੀ ਗੱਲ। ਹੁਣ ਗੱਲ ਕਰਦੇ ਆਪਾਂ ਕ੍ਰਾਈਮ ਦੀ, ਤੇ ਕ੍ਰਾਈਮ ਦਾ ਸਿੱਧਾ ਸੰਬੰਧ ਹੈ ਭ੍ਰਿਸ਼ਟਾਚਾਰ ਨਾਲ। ਜਦੋਂ ਲੋਕਾਂ ਨੂੰ ਹੱਕ ਨਹੀਂ ਮਿਲਦੇ ਤਾਂ ਉਹ ਆਪਣੇ ਹੱਕ ਲੈਣ ਲਈ ਹਥਿਆਰ ਚੁੱਕ ਲੈਂਦੇ ਨੇ, ਪਰ ਹਥਿਆਰ ਚੁੱਕਣ ਵਾਲਾ ਗੁਨਾਹਗਾਰ ਨਹੀਂ, ਹਥਿਆਰ ਚੁਕਾਉਣ ਵਾਲਾ ਗੁਨਾਹਗਾਰ ਹੁੰਦਾ ਹੈ, ਤੇ ਉਹ ਆ ਭ੍ਰਿਸ਼ਟਾਚਾਰ। ਕੱਕੜ ਸਾਹਿਬ ਇਹ ਤਾਂ ਸਾਨੂੰ ਵੀ ਪਤਾ ਹੈ, ਪਰ ਇਹਦਾ ਹੱਲ ਦੱਸੋ। ਇਹਦਾ ਇੱਕੋ ਹੀ ਹੱਲ ਹੈ। ਉਹ ਕੀ? ਜਦੋਂ ਸਰੀਰ ਦੇ ਕਿਸੇ ਅੰਗ ਵਿੱਚ ਕੈਂਸਰ ਹੋ ਜਾਵੇ ਤਾਂ ਉਹ ਅੰਗ ਸਾਨੂੰ ਕੱਟਣਾ ਹੀ ਪੈਂਦਾ ਹੈ। ਠੀਕ ਉਸੇ ਤਰ੍ਹਾਂ ਜੇ ਕੋਈ ਸਰਕਾਰੀ ਮੁਲਾਜ਼ਮ ਜਾਂ ਲੀਡਰ ਰਿਸ਼ਵਤ ਲੈਂਦਾ ਹੈ ਜਾਂ ਆਮ ਇਨਸਾਨ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਹਦਾ ਇੱਕੋ ਹੀ ਫੈਸਲਾ ਹੈ। ਕੀ? ਨੋ ਜੱਜ ਨੋ ਕੋਰਟ, ਫੈਸਲਾ ਹੁੰਦੀ ਸਪੌਟ। ਫਿਰ ਬਾਲੀ ਕੱਕੜ ਜੀ ਤੁਸੀਂ ਕੀ ਫੈਸਲਾ ਕੀਤਾ? ਫੈਸਲਾ ਮੈਂ ਨਹੀਂ, ਫੈਸਲਾ ਤਾਂ ਹੁਣ ਸਰਕਾਰ ਕਰੇਗੀ। ਸਾਡੀ ਸਰਕਾਰ ਨੂੰ ਇਹ ਫੈਸਲਾ ਸੋਚ ਸਮਝ ਕੇ ਕਰਨਾ। ਭ੍ਰਿਸ਼ਟਾਚਾਰ ਤੇ ਕ੍ਰਾਈਮ ਬਾਰੇ ਤੁਸੀਂ ਕੀ ਸੋਚ ਰਹੇ ਹੋ? ਮੈਂ ਸੋਚਦਾ ਨਹੀਂ, ਮੈਂ ਕ੍ਰਾਈਮ ਨੂੰ ਖਤਮ ਕਰਨ ਵਿੱਚ ਵਿਸ਼ਵਾਸ ਰੱਖਦਾ। ਬਾਲੀ ਕੱਕੜ ਬਕਵਾਸ ਦੇ ਲਾਇਕ ਨਹੀਂ, ਇਹ ਇੱਕ ਅਜੀਬ ਕਿਸਮ ਦਾ ਪੁਲਿਸ ਅਫਸਰ ਆ। ਸਾਡੀ ਸਰਕਾਰ ਲਈ ਖਤਰਾ ਸਾਬਤ ਹੋ ਸਕਦਾ। ਜਿੰਨਾ ਖਤਰਾ ਸਮਾਜ ਨੂੰ ਕ੍ਰਾਈਮ ਤੇ ਭ੍ਰਿਸ਼ਟਾਚਾਰ ਤੋਂ ਹੈ, ਉਨਾ ਹੀ ਖਤਰਾ ਭ੍ਰਿਸ਼ਟ ਮੰਤਰੀਆਂ ਤੋਂ ਹੈ। ਸਾਡੀ ਪਾਰਟੀ ਦੇ ਵੀ ਕਈ ਮੰਤਰੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ। ਜੋ ਮਰਜ਼ੀ ਹੋ ਜੇ, ਅਸੀਂ ਸਾਰਿਆਂ ਨੇ ਇਹੀ ਰਿਹਾ ਕਿ ਬਾਲੀ ਕੱਕੜ ਨੂੰ ਵਾਪਸ ਭੇਜਿਆ ਜਾਵੇ। ਠੀਕ ਹੈ, ਮੈਂ ਤੁਹਾਡੀ ਸਹਿਮਤੀ ਨਾਲ ਸਹਿਮਤ ਹਾਂ। ਮੈਂ ਅੱਜ ਹੀ ਬਾਲੀ ਕੱਕੜ ਨੂੰ ਵਾਪਸ ਜਾਣ ਲਈ ਹੁਕਮ ਜਾਰੀ ਕਰਵਾ। ਹੁਕਮ ਦੀ ਤਾਮੀਲ ਤਾਂ ਚਪੜਾਸੀ ਕਰਦੇ ਆ। ਆਉਂਦਾ ਮੈਂ ਸਰਕਾਰ ਦੀ ਮਰਜ਼ੀ ਨਾਲ ਆ, ਪਰ ਜਾਂਦਾ ਕੰਮ ਖਤਮ ਹੋਣ ਦੇ ਬਾਅਦ 'ਚ। ਹੁਣ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ? ਹੁਣ ਟਾਈਮ ਆ ਗਿਆ ਹੈ, ਆਮ ਜਨਤਾ ਨੂੰ ਫੈਸਲਾ ਲੈਣਾ ਹੀ ਪਵੇਗਾ। ਉਹ ਮੈਨੂੰ ਰੋਕ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਆ ਜਾਂ ਫਿਰ ਵਧਾਉਣਾ ਚਾਹੁੰਦੇ ਆ। ਜੈ ਹਿੰਦ, ਜੈ ਭਾਰਤ। ਹੁਣ ਫੈਸਲਾ ਜਨਤਾ ਕਰੇਗੀ ਕਿ ਜਨਤਾ ਕੀ ਚਾਹੁੰਦੀ ਹੈ। ਮੈਂ ਨੈਂਸੀ ਅਰੋੜਾ, ਚੈਨਲ DG ਕੇਵਲ ਤੋਂ ਕੈਮਰਾਮੈਨ ਲੈਂਬਰ ਦੇ ਨਾਲ।
ਜਦੋਂ ਕੰਮ ਕਰਨਾ ਹੁੰਦਾ ਉਦੋਂ ਦੀ ਕਰਦੇ ਨਹੀਂ। ਪੈਸੇ ਲੈਣ ਤੁਸੀਂ ਦੋਵੇਂ ਦੇਣੀ ਆ ਜਾਂਦੇ ਹੋ। ਨਾਲੇ ਤੂੰ ਆ ਦਰ ਦੁਰ ਜੀ ਘਟਾ ਥੋੜੀ ਜੀ। ਪੁਲਿਸ ਵਾਲਾ ਹੈ ਤੂੰ, ਗੁੰਡਾ ਨਹੀਂ ਹੈ। ਮੇਰੇ ਖਿਲਾਫ ਜੇ ਇਨਕੁਆਇਰੀ ਆਈ ਨਾ ਤਾਂ ਤੇਰੀ ਇਹ ਵਰਦੀ ਜੀ ਉਤਾਰ ਦੂੰ ਮੈਂ। ਤੂੰ ਵੀ ਸੁਣ ਲੈ, ਕਾਨ ਖੋਲ ਕੇ ਕੰਨ ਖੋਲ ਕੇ। ਕੌਣ ਆ ਕਾਨੂੰਨ ਦੇ ਰਾਹ ਵਿੱਚ ਆਉਣ ਵਾਲਾ? ਕੀ ਗੱਲ ਆ ਅੰਕਲ ਜੀ ਤੁਸੀਂ ਤਾਂ ਮੇਰੀ ਮੰਮੀ ਨੇ ਲੈ ਕੇ ਨਾ ਅੱਜ ਤੱਕ ਘਰ ਨਹੀਂ ਆਏ ਅੰਕਲ ਜੀ। ਮੇਰੀ ਮਾਂ ਕਿੱਥੇ ਅੰਕਲ ਜੀ? ਮੈਂ ਤਾਂ ਬੰਦੇ ਦੀਆਂ ਹਲਕ ਥਾਣੀਆਂ ਅੰਦਰਾਂ ਕੱਢ ਲਾਂ। ਉਹ ਮਾਂ ਤੇਰੀ ਜਿਹੜੀ ਨਸ਼ੇ ਦੀ ਤਸਕਰੀ ਕਰਦੀ ਸੀ ਉਹ ਤਾਂ ਮੰਤਰੀ ਦੇ ਹੁਕਮ ਨਾਲ ਉੱਥੇ ਪਹੁੰਚਦੀ ਕਰਤੀ ਜਿੱਥੋਂ ਕੋਈ ਅੱਜ ਤਾਈਂ ਵਾਪਸ ਨਹੀਂ ਆਇਆ। ਜਾ ਘਰ ਨੂੰ, ਮੇਰੇ ਵਰਗੇ ਆ ਜਾਂਦੇ ਇੱਥੇ। ਨਹੀਂ ਅੰਕਲ ਜੀ ਮੇਰੀ ਮਾਂ ਕਿੱਥੇ ਅੰਕਲ ਜੀ? ਮੈਨੂੰ ਮੇਰੀ ਮਾਂ ਕੋਲ ਭੇਜ ਦਿਓ ਅੰਕਲ ਜੀ। ਸਾਲਿਆ ਤੈਨੂੰ ਬਾਲਾ ਮਾਂ ਨੂੰ ਮਿਲਣ ਦਾ ਚਾਹ, ਤੈਨੂੰ ਵੀ ਉਹਦੇ ਕੋਲੇ ਭੇਜ ਦਿਆਂ। ਤੈਨੂੰ ਵੀ ਤੇਰੀ ਮਾਂ ਦੇ ਕੋਲ ਹੀ ਭੇਜ ਦਿੰਨਾ। नहीं हो चलिए अभी यही है सरकारी नहीं तो बंदे दिया आंध्रा ਅੱਜ ਤੋਂ ਇਸ ਭ੍ਰਿਸ਼ਟਾਚਾਰ ਦੀ ਲੜਾਈ ਵਿੱਚ ਤੂੰ ਵੀ ਸਾਡੇ ਨਾਲ। ਮੰਤਰੀ ਸਾਹਿਬ ਨੇ ਗੱਡੀ ਚਾਹੇ ਜਿਹਦੀ ਹੋਵੇ ਚੈੱਕ ਤਾਂ ਕਰਨੀ ਪਊਗੀ, ਡਿਊਟੀ ਹੈ, ਉੱਪਰੋਂ ਆਰਡਰ ਨੇਗੇ। ਉਹ ਉੱਪਰੋਂ ਕਿੱਥੋਂ? ਸੀਐਮ ਤੋਂ? ਕੌਣ ਆ? ਬੁਲਾਓ ਫਿਰ। ਸਾਹਿਬ ਜੀ ਆ ਮੰਤਰੀ ਸਾਹਿਬ ਯਾਦ ਕਰ ਰਹੇ ਨੇ। ਓਹ ਬਾਲੀ ਕੱਕੜ ਬਈ, ਤੁਹਾਨੂੰ ਕਿਹਨੇ ਪਰਮਿਸ਼ਨ ਦੇਤੀ ਮੇਰੀ ਗੱਡੀ ਦੀ ਚੈਕਿੰਗ ਕਰਨ ਲਈ? ਇਹ ਪਰਮਿਸ਼ਨ ਜਨਤਾ ਨੇ ਦਿੱਤੀ ਹੈ। ਜਨਤਾ ਨੇ? ਬਈ ਜਨਤਾ ਕੌਣ ਹੁੰਦੀ ਹੈ? ਤੁਸੀਂ ਮੇਰੀ ਇਮਾਨਦਾਰੀ ਤੇ ਸ਼ੱਕ ਕਰਦੇ ਹੋ? ਮੈਂ ਸਟੇਟ ਲੈਵਲ ਦਾ ਮੰਤਰੀ ਹਾਂ। ਮੇਰੀ ਇਮਾਨਦਾਰੀ ਦੇ ਲੋਕੀ ਮਿਸਾਲਾਂ ਦਿੰਦੇ ਨੇ, ਮਿਸਾਲਾਂ। ਲੋਕ ਤੁਹਾਡੀ ਇਸ ਇਮਾਨਦਾਰੀ ਤੋਂ ਅਣਜਾਣ ਨੇ, ਉਹਨਾਂ ਤੋਂ ਮਿਸਾਲ ਦਿੰਦੇ ਨੇ। ਵਾਹ, ਦਾਤ ਦੇਣੀ ਪਊਗੀ ਤੁਹਾਨੂੰ। ਕਿੰਨੀ ਸੇਵਾ ਕਰਦੇ ਹੋ ਤੁਸੀਂ ਦੇਸ਼ ਦੀ। ਵਿਦੇਸ਼ਾਂ ਤੋਂ ਨਸ਼ਾ ਮੰਗਵਾਉਣਾ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਤੇ ਫਿਰ ਕਹਿਣਾ ਹਾਏ ਭ੍ਰਿਸ਼ਟਾਚਾਰ, ਹਾਏ ਭ੍ਰਿਸ਼ਟਾਚਾਰ, ਹਾਏ ਭ੍ਰਿਸ਼ਟਾਚਾਰ। ਭ੍ਰਿਸ਼ਟਾਚਾਰ ਆਮ ਇਨਸਾਨ ਨੇ ਨਹੀਂ, ਤੁਸੀਂ ਪੈਦਾ ਕੀਤਾ ਹੈ, ਤੁਸੀਂ ਪੈਦਾ ਕੀਤਾ ਹੈ, ਤੁਸੀਂ ਪੈਦਾ ਕੀਤਾ ਹੈ। ਡਾਕਟਰ ਸਾਹਿਬ, ਇੰਨੀ ਦੇਸ਼ ਭਗਤੀ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਅੱਧੇ ਤੁਸੀਂ ਰੱਖ ਲਓ, ਅੱਧੇ ਮੈਂ ਰੱਖ ਲੈਣਾ। ਚਲੋ ਸਾਰੇ ਰੱਖ ਲਓ। ਨਹੀਂ, ਤੂੰ ਦੇਸ਼ ਨਾਲ ਗਦਾਰੀ ਕੀਤੀ ਹੈ ਤੇ ਇਹਦੀ ਇੱਕ ਹੀ ਸਜ਼ਾ ਹੈ। ਕੋਰਟ ਕਚਹਿਰੀ 'ਚ ਦੇਖ ਲਾਂਗੇ ਅਸੀਂ। ਨੋ ਜੱਜ, ਨੋ ਕੋਰਟ, ਸਪੋਰਟ। ਇਹ ਵਿਚਾਰੇ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ।
ਇਹ ਮੈਂ ਸੁਣਿਆ ਵੀ 2-3 ਕਰੋੜ ਦੀ ਕਰੰਸੀ ਵੀ ਨਿਕਲੀ ਆ, ਨਾਲੇ ਹਥਿਆਰ ਨਿਕਲੇ ਨੇ। ਗੱਲ ਤਾਂ ਮੇਰੇ ਕੰਨਾਂ 'ਚ ਵੀ ਕੁਝ ਐਸੀ ਪਈ ਸੀ, ਹੋ ਸਕਦਾ ਕਿਸੇ ਪਾਰਟਨਰ ਨੇ ਗੋਲੀ ਮਾਰ ਦਿੱਤੀ। ਅੱਜ ਇੱਕ ਫਾਈਨੈਂਸ ਮਿਨਿਸਟਰ ਦੀ ਮੌਤ ਨਾਲ ਪੂਰੇ ਸੂਬੇ ਵਿੱਚ ਖਲਬਲੀ ਮਚ ਗਈ। ਕੋਈ ਵੀ ਕਿਸੇ ਨਾਲ ਵੈਰ ਵਿਰੋਧ ਨਹੀਂ। ਚਲੋ ਆਏ ਹੋਏ ਮੰਤਰੀਆਂ ਤੋਂ ਪੁੱਛਦੇ ਹਾਂ ਕਿ ਇਸ ਕਤਲ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਅੱਜ ਸਾਡੇ ਪੰਜਾਬ ਵਿੱਚ ਬੜੀ ਦੁਖਦਾਈ ਘਟਨਾ ਵਾਪਰੀ ਹੈ। ਸਾਡੇ ਫਾਈਨੈਂਸਰ ਮਿਨਿਸਟਰ ਸ਼੍ਰੀ ਦਿਆਲ ਜੋਸ਼ੀ ਜੀ ਦੀ ਹੱਤਿਆ ਕਰ ਦਿੱਤੀ ਗਈ ਤੇ ਉਹਨਾਂ ਦੀ ਗੱਡੀ ਵਿੱਚ ਮੌਜੂਦ 5-7 ਕਰੋੜ ਰੁਪਏ ਤੇ ਕੁਝ ਹਥਿਆਰ ਬਰਾਮਦ ਹੋਏ ਨੇ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਉਹਨਾਂ ਦਾ ਕਤਲ ਵਿੱਚ ਕਿਸ ਦਾ ਹੱਥ ਹੋ ਸਕਦਾ ਹੈ? ਦੇਖੋ, ਇਸ ਬਾਰੇ 'ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ। ਬਾਕੀ ਸੀਬੀਆਈ ਭਾਲ ਕਰ ਰਹੀ ਹੈ, ਉਹੀ ਬੈਟਰ ਦੱਸ ਸਕਣਗੇ। ਸੁਣਿਆ ਹੈ ਕਿ ਕਤਲ ਕਰਨ ਵਾਲੇ ਨੇ ਕੋਈ ਵੀ ਸਬੂਤ ਨਹੀਂ ਛੱਡਿਆ। ਮੰਤਰੀ ਸਾਹਿਬ ਦੀ ਹੱਤਿਆ ਹੋ ਗਈ ਹੈ, ਪਰ ਇੱਥੇ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਕਿ ਇਹ ਸਭ ਕਿਸ ਤਰ੍ਹਾਂ ਹੋਇਆ ਹੈ। ਮੰਤਰੀ ਸਾਹਿਬ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ। ਹੱਤਿਆਰੇ ਨੇ ਆਪਣੇ ਪਿੱਛੇ ਕੋਈ ਸਬੂਤ ਨਹੀਂ ਛੱਡਿਆ। ਜੇਕਰ ਮੰਤਰੀਆਂ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਫਿਰ ਆਮ ਇਨਸਾਨ ਦੀ ਤਾਂ ਕੋਈ ਵੈਲਿਊ ਹੀ ਨਹੀਂ ਹੈ। ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ ਕਿ ਲੌਂਗਤਰਨ ਦੇ ਵਿੱਚ ਇਸ ਤਰ੍ਹਾਂ ਦੀ ਹੱਤਿਆਵਾਂ ਜਾਇਜ਼ ਨੇ। ਕਤਲ ਇੰਨੀ ਸਫਾਈ ਨਾਲ ਕੀਤਾ ਹੈ ਕਿ ਸੀਬੀਆਈ ਵਾਲੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਸਕਣਗੇ। ਸਾਹਿਬ ਜੀ ਜਾਣ ਦਾ ਮੁੰਡਾ ਬੜਾ ਢਿੱਲਾ ਦੇਖ। ਉਹ ਮੁੰਡਾ ਬਿਮਾਰ ਹੈ ਕੋਈ ਗੱਲ ਨਹੀਂ, ਪਰ ਕਾਨੂੰਨ ਤਾਂ ਸਾਰਿਆਂ ਲਈ ਇੱਕ ਆ ਨਾ। ਬਹੁਤ ਬਿਮਾਰ ਹੈ, ਦੇਖ ਤਲੋ ਜੀ। ਇਹ ਬਿਮਾਰ ਆ, ਅਸੀਂ ਕੀ ਕਰੀਏ? ਤੂੰ ਕਾਗਜ਼ ਕੱਢ। ਜਾਣ ਦੋ ਜਨਾਬ, ਦੇਖ ਨਹੀਂ ਰਿਹਾ ਕਿੰਨਾ ਬਿਮਾਰ ਹੈ। ਓਏ ਤੂੰ ਇਹਦਾ ਮਾਮਾ ਲੱਗਦਾ? ਉਹ ਜਨਾਬ ਜੋ ਖਰਚਾ ਪਾਣੀ ਲੈਣਾ ਸਾਡੇ ਤੋਂ ਲੈ ਲਿਓ, ਤੁਸੀਂ ਇਹਨਾਂ ਨੂੰ ਜਾਣ ਦਿਓ। ਜਾਓ ਜੀ ਲਿਆ ਵੀ ਕਾਕਾ, ਕੱਢ ਖਰਚਾ ਪਾਣੀ। ਲਿਆਓ ਵੀ, ਕੱਢੋ ਖਰਚਾ ਪਾਣੀ, ਕੱਢੋ ਖਰਚਾ ਪਾਣੀ, ਕੱਢੋ। ਲੈ ਲਿਆ ਖਰਚਾ ਪਾਣੀ। ਕੀ ਹੋਇਆ? 2 ਰਿਸ਼ਵਤਖੋਰਾਂ ਨੂੰ ਹੋਰ ਮਾਰਤਾ। ਪੁਲਿਸ! ਬਾਲੀ ਕੱਕੜ, ਸਰਕਾਰ ਨੇ ਇਹਨੂੰ ਭੇਜਿਆ ਸਾਡਾ ਐਨਕਾਊਂਟਰ ਕਰਨ ਵਾਸਤੇ। ਦੇਖਦੇ ਕੀਓ, ਇਹਦਾ ਐਨਕਾਊਂਟਰ ਕਰ ਦਿਓ। ਨਹੀਂ, ਇਹ ਉਹਨਾਂ ਲੋਕਾਂ ਵਿੱਚੋਂ ਨਹੀਂ, ਇਹ ਇੱਕ ਹੋਣਹਾਰ ਤੇ ਇਮਾਨਦਾਰ ਅਫਸਰ ਨੇ। ਸਰਕਾਰ ਨੇ ਇਹਨਾਂ ਨੂੰ ਬੁਲਾਇਆ ਤਾਂ ਸੀ ਭ੍ਰਿਸ਼ਟਾਚਾਰ ਤੇ ਕ੍ਰਾਈਮ ਖਤਮ ਕਰਨ ਲਈ, ਪਰ ਜਦ ਸਰਕਾਰ ਆਪਣੇ ਹੀ ਬੁਰੇ ਜਾਲ ਵਿੱਚ ਫਸ ਗਈ ਤਾਂ ਸਰਕਾਰ ਨੇ ਇਹਨਾਂ ਨੂੰ ਜਾਣ ਦੇ ਫਰਮਾਨ ਜਾਰੀ ਕਰਤੇ। ਪਰ ਸਰਕਾਰ ਇਹ ਨਹੀਂ ਸੀ ਜਾਣਦੀ ਕਿ ਇਹ ਆਉਂਦੇ ਤਾਂ ਸਰਕਾਰ ਦੀ ਮਰਜ਼ੀ ਨਾਲ, ਪਰ ਜਾਂਦੇ ਆਪਣੀ ਮਰਜ਼ੀ ਨਾਲ। ਬਾਲੀ ਸਰ, ਤੁਹਾਡਾ ਤੇ ਸਾਡਾ ਮਕਸਦ ਇੱਕ ਹੀ ਹੈ, ਉਹ ਹੈ ਭ੍ਰਿਸ਼ਟਾਚਾਰ ਦਾ ਖਾਤਮਾ। ਜੇ ਫਿਰ ਵੀ ਨਹੀਂ ਯਕੀਨ ਤੇ ਆ ਲਓ। ਕਹਿੰਦੇ ਨੇ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਦੇਸ਼ ਦਾ ਫਿਊਚਰ ਹੁੰਦਾ ਹੈ, ਪਰ ਇੱਥੇ ਤਾਂ ਮੈਂ ਹੋਰ ਹੀ ਕੁਝ ਵੇਖ ਰਿਹਾ। ਇਹੋ ਜੀ ਕਿਹੜੀ ਮਜਬੂਰੀ ਪੈ ਗਈ ਕਿ ਤੁਹਾਨੂੰ ਹਥਿਆਰ ਚੱਕਣੇ ਪੈ ਗਏ? ਸਰ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ। ਅੰਮ੍ਰਿਤਸਰ ਨੂੰ ਲੋਕ ਸਿਫਤੀ ਦਾ ਘਰ ਕਹਿੰਦੇ ਨੇ, ਪਰ ਹੁਣ ਇਹ ਸਿਫਤੀ ਦਾ ਘਰ ਨਹੀਂ, ਇੱਕ ਖੌਫਨਾਕ ਜੰਗਲ ਬਣ ਚੁੱਕਾ ਹੈ। ਇੱਕ ਦਿਨ ਮੇਰੀ ਭੈਣ ਸਕੂਲ ਜਾ ਰਹੀ ਸੀ।
ਲੱਭ ਰਹੀ ਹੈ, ਪਰ ਪੁਲਿਸ ਨੇ ਇਹ ਤੱਕ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਤਲ ਕੀਤੇ ਤੇ ਕਿਉਂ ਕੀਤੇ। ਇੱਥੇ ਸਭ ਸਿਸਟਮ ਵਿਗੜ ਚੁੱਕਾ ਹੈ। ਸਾਡੀ ਸਰਕਾਰ ਨਾ ਤਾਂ ਜਨਤਾ ਨੂੰ ਨਾ ਤਾਂ ਰੱਬ ਨੂੰ ਜੇ ਪੂਜਦੀ ਹੈ ਤੇ ਸਿਰਫ ਪੈਸੇ ਨੂੰ ਪੂਜਦੀ ਹੈ। ਮੇਰੀ ਕਹਾਣੀ ਵੀ ਕੁਝ ਇਹੋ ਜਿਹੀ ਹੈ। ਮੇਰੇ ਪਿਤਾ ਜੀ ਆਰਮੀ ਵਿੱਚ ਆਫੀਸਰ ਸਨ। ਉਹ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ। ਉਹਨਾਂ ਦਾ ਸੁਪਨਾ ਸੀ ਕਿ ਮੈਂ ਵੀ ਇੱਕ ਆਰਮੀ ਆਫੀਸਰ ਬਣਾ, ਪਰ ਇੱਥੇ ਦਾ ਅਮੀਰ ਲੋਕ ਆਪਣੇ ਹੱਥਾਂ ਵਿੱਚ ਨੋਟ ਲੈ ਕੇ ਅਫਸਰਾਂ ਦੀਆਂ ਜੇਬਾਂ ਗਰਮ ਕਰ ਦਿੰਦੇ ਨੇ ਤੇ ਸਾਡੀਆਂ ਡਿਗਰੀਆਂ ਸਾਡੇ ਹੱਥਾਂ ਵਿੱਚ ਰਹਿ ਜਾਂਦੀਆਂ। ਸਰ, ਮੈਂ ਆਪਣੇ ਫਿਊਚਰ ਨੂੰ ਹਨੇਰੇ ਵੱਲ ਲਿਜਾਂਦਾ ਹੋਇਆ ਇੱਕ ਆਸ ਦੀ ਕਿਰਨ ਜਗਾ ਰਿਹਾ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾ ਸਕਾਂ। ਹਿੰਮਤ, ਮੈਨੂੰ ਖੁਸ਼ੀ ਹੋ ਰਹੀ ਹੈ। ਭ੍ਰਿਸ਼ਟਾਚਾਰ ਦੀ ਜੰਗ ਵਿੱਚ ਤੁਸੀਂ ਮੇਰੇ ਨਾਲ ਹੋ। ਤੁਹਾਡਾ ਭਲਾ ਤਾਂ ਕਾਕਾ ਤਾਂ ਹੀ ਹੋਊਗਾ ਜੇ ਸਾਡਾ ਭਲਾ ਕਰੋਗੇ। ਇਹ ਰਹੋਗੇ ਜਦ ਅਸੀਂ ਮਰ ਗਏ। ਸਰ 2 ਸਾਲ ਹੋ ਗਏ ਨੇ ਬਾਪੂ ਜੀ ਦੀ ਪੈਨਸ਼ਨ ਰੁਕੀ ਨੂੰ। ਇਹੀ ਘਰ 'ਚ ਕਮਾਈ ਕਰਕੇ ਲਿਆਉਂਦੇ ਸੀ। ਹੁਣ ਤਾਂ ਕਮਾਈ ਦਾ ਕੋਈ ਵੀ ਸਾਧਨ ਨਹੀਂ ਰਿਹਾ। ਦੀਦੀ ਦਾ ਵਿਆਹ ਵੀ ਕਰਨਾ ਹੈ ਤੇ ਇਹ ਬਿਮਾਰ ਵੀ ਰਹਿੰਦੇ ਨੇ। ਇਹਨਾਂ ਦਾ ਇਲਾਜ ਵੀ ਕਰਾਉਣਾ ਹੈ। ਸਰ, ਮੇਰੀ ਬੇਨਤੀ ਹੈ ਕਿਰਪਾ ਕਰਕੇ ਤੁਸੀਂ ਸਰ ਇਹਨਾਂ ਦੀ ਪੈਨਸ਼ਨ ਦੇ ਦਿਓ ਤੇ ਸਾਡਾ ਭਲਾ ਕਰ ਦਿਓ। ਤੁਹਾਡਾ ਭਲਾ ਤਾਂ ਕਾਕਾ ਤਾਂ ਹੀ ਹੋਊਗਾ ਜੇ ਸਾਡਾ ਭਲਾ ਕਰੋਗੇ। ਸਰ, ਕਦੋਂ ਕਰੋਗੇ? ਜਦੋਂ ਇਹ ਮਰ ਜਾਣਗੇ? ਯਾਰ ਹਰ ਰੋਜ਼ ਲੈ ਕੇ ਇਹਨੂੰ ਆ ਜਾਣਾ ਇਹਨਾਂ ਨੂੰ। ਚਲੋ ਦਫਾ ਹੋ, ਗੈਟ ਆਊਟ। ਸਾਹਿਬ ਜੀ ਤੁਹਾਡੇ ਬਾਰੇ ਸੁਣਿਆ, ਤੁਸੀਂ ਤਾਂ ਇਨਸਾਫ ਦੇ ਦੇਵਤਾ ਹੋ। ਸਾਨੂੰ ਵੀ ਸਾਡਾ ਹੱਕ ਦਿਵਾ ਦਿਓ। ਹੋਇਆ ਕੀ ਏ? ਬਾਪੂ ਜੀ ਦੀ ਪੈਨਸ਼ਨ ਰੁਕੀ ਨੂੰ 2 ਸਾਲ ਹੋ ਗਏ ਨੇ। ਉਹ ਘਰ ਵਿੱਚ ਇਕੱਲੇ ਕਮਾਉਣ ਵਾਲੇ ਨੇ। ਜਦੋਂ ਪੈਨਸ਼ਨ ਦੀ ਗੱਲ ਕਰਦੇ ਆ ਤਾਂ ਅੱਗੋਂ ਅਫਸਰ ਰਿਸ਼ਵਤ ਮੰਗਦੇ ਨੇ। ਮੈਂ ਦੇਖਦਾ। ਹਾਂਜੀ, ਦੱਸੋ ਕੀ ਕੰਮ ਆ? ਕੰਮ ਤਾਂ ਹੈ ਤੇ ਉਹ ਵੀ ਬਹੁਤ ਜ਼ਰੂਰੀ। ਤੁਸੀਂ ਪਬਲਿਕ ਦੇ ਸਰਵੈਂਟ ਹੋ। ਸਰਕਾਰ ਤੁਹਾਨੂੰ ਤਨਖਾਹ ਇਸ ਲਈ ਦਿੰਦੀ ਹੈ ਕਿ ਤੁਸੀਂ ਜਨਤਾ ਦੀ ਸੇਵਾ ਕਰੋ, ਪਰ ਤੁਸੀਂ ਤਾਂ ਜਨਤਾ ਨੂੰ ਤੰਗ ਕਰਦੇ ਹੋ। ਜਿਸ ਦਾ ਜੋ ਹੱਕ ਬਣਦਾ ਹੈ ਉਹਨੂੰ ਦਿਓ। ਤੁਸੀਂ ਖੁਸ਼ੀ ਹੋ ਕਿ ਮੈਂ ਤੁਹਾਨੂੰ ਪਿਆਰ ਨਾਲ ਸਮਝਾ ਰਿਹਾ, ਨਹੀਂ ਤਾਂ ਮੇਰਾ ਇੱਕੋ ਹੀ ਉਸੂਲ ਹੈ, ਨੋ ਜੱਜ ਨੋ ਕੋਰਟ, ਫੈਸਲਾ ਆਨ ਦੀ ਸਪੌਟ। ਦੱਸ ਕਿੱਥੇ ਆ ਦੇਸ਼ ਧਰੋਹੀ? ਉਹ ਦੇਸ਼ ਧਰੋਹੀ ਨਹੀਂ ਸਰ, ਉਹ ਦੇਸ਼ ਪ੍ਰੇਮੀ ਨੇ। ਅੱਛਾ, ਹੈ ਦੇਸ਼ ਧਰੋਹੀ? ਉਹ ਦੇਸ਼ ਧਰੋਹੀ ਨਹੀਂ, ਦੇਸ਼ ਪ੍ਰੇਮੀ ਨੇ। ਅੱਛਾ, ਦੇਸ਼ ਪ੍ਰੇਮੀ ਆ। ਤਾਰੀ ਔਲਖ ਹੈ ਮੇਰਾ ਨਾਂ, ਤਾਰੀ ਔਲਖ। ਮੈਂ ਤਾਂ ਕਬਰਾਂ ਚੋਂ ਮੁਰਦੇ ਬੁਲਾ ਦਿਆਂ ਤੇ ਤੂੰ ਤਾਂ ਫਿਰ ਵੀ ਝੂਲਦਾ ਜਾਗਦਾ ਏ। ਦੱਸ ਕਿੱਥੇ ਆ? ਮੈਨੂੰ ਨਹੀਂ ਪਤਾ ਸਰ। ਦੱਸ ਕਿੱਥੇ? ਦੱਸ ਕਿੱਥੇ? ਦੱਸ ਕਿੱਥੇ? ਮੈਨੂੰ ਨਹੀਂ ਪਤਾ। ਦੱਸ ਕਿੱਥੇ? ਦੱਸ। नहीं बाली नहीं, आप इको डिपार्टमेंट से नहीं, एडीसी को फैसला नहीं है। नहीं बाली। नो जज नो कोर्ट, फैसला ऑन दी स्पॉट।
ਦਹਿਸ਼ਤ। ਘਰ ਘਰ ਅੱਗੇ ਤੇ ਥਾਂ ਥਾਂ ਪਈਆਂ ਲਾਸ਼ਾਂ। ਸੜਕ ਤੇ ਖੂਨ ਇੰਜ ਵਹਿ ਰਿਹਾ ਹੈ ਜਿਵੇਂ ਕੋਈ ਸੁਨਾਮੀ ਪੰਜਾਬ ਵਿੱਚ ਆ ਗਈ ਹੋਵੇ। ਕੀ ਇਹ ਭ੍ਰਿਸ਼ਟਾਚਾਰ ਦਾ ਅੰਤ ਹੈ ਜਾਂ ਫਿਰ ਭ੍ਰਿਸ਼ਟ ਨੇਤਾਵਾਂ ਤੇ ਭ੍ਰਿਸ਼ਟ ਆਫਿਸਰਾਂ ਦੇ ਦਿਲਾਂ ਵਿੱਚ ਦਹਿਸ਼ਤ ਬਣਾ ਰਹੇ ਨੇ? ਖੈਰ ਜੋ ਵੀ ਹੈ, ਇਹ ਸਭ ਜਨਤਾ ਦੇ ਹੱਥ ਵਿੱਚ ਹੈ। ਇਹ ਸਹੀ ਹੈ ਜਾਂ ਗਲਤ, ਸਭ ਜਨਤਾ ਦੇਖ ਰਹੀ ਹੈ। ਮੈਂ ਨੈਂਸੀ ਅਰੋੜਾ, ਚੈਨਲ ਡੀਜੀ ਕੇਵਲ ਤੋਂ ਕੈਮਰਾਮੈਨ ਲੈਂਬਰ ਦੇ ਨਾਲ। ਕਈਆਂ ਲੋਕਾਂ ਦਾ ਕਹਿਣਾ ਹੈ ਕਿ ਭਗਤ ਸਿੰਘ ਤੇ ਰਾਜਗੁਰੂ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਲਈ ਵਾਪਸ ਆ ਗਏ ਨੇ ਤੇ ਕਈਆਂ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਕਤਲਾਂ ਪਿੱਛੇ ਇਨਕਾਊਂਟਰ ਸਪੈਸ਼ਲਿਸਟ ਬਾਲੀ ਕੱਕੜ ਦਾ ਹੱਥ ਹੈ, ਜੋ ਕਿ ਮਾਸੂਮ ਨੌਜਵਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਭ੍ਰਿਸ਼ਟਾਚਾਰ ਦਾ ਸਫਾਇਆ ਕਰ ਰਿਹਾ ਹੈ। ਮੈਂ ਰੁਪਿੰਦਰ ਰੂਪ, ਚੈਨਲ ਕ੍ਰਾਂਤੀ, ਕੈਮਰਾਮੈਨ ਵਿਸ਼ੂ ਦੇ ਨਾਲ। कि इस तरह भ्रष्टाचार का खात्मा हो जाएगा, कि इस तरह क्राइम खत्म हो जाएगा? मैं मोनिका शर्मा, चैनल MS-TV, कैमरामैन बॉबी दे नाल। ਖਤਮ ਕਰਨ ਦੇ ਹੁਕਮ ਜਾਰੀ ਕਰੋ। ਇਹਦਾ ਵੀ ਤੋੜ ਹੈ ਮੇਰੇ ਕੋਲ, ਦਲੇਰ ਗਾਂਧੀ। तू भी इन बागियों के साथ है। सब नू सब दे हक देंगे, रिश्वतखोरां नू चक देंगे। मेरी लिस्ट में इन बागियों के साथ तेरा भी नाम है, वो भी सबसे ऊपर। असी बागी नहीं, इनकलाबियां। यार हिम्मत तू ये की कीता? नहीं सर, ਤੁਹਾਡੀ ਇਸ ਸਮਾਜ ਨੂੰ ਬਹੁਤ ਲੋੜ ਹੈ। ਮੈਂ ਖੁਸ਼ ਹਾਂ ਕਿ ਮੈਂ ਦੇਸ਼ ਦੀ ਖਾਤਰ ਮਰ ਰਿਹਾ, ਪਰ ਸਰ ਤੁਸੀਂ ਇਹ ਲੜਾਈ ਜਾਰੀ ਰੱਖਿਓ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹਥਿਆਰ ਨਹੀਂ ਕਿਤਾਬਾਂ ਹੋਣ।
ਹਾਂਜੀ ਉਹ ਨਾ ਮਹਾਰਾਜ ਚਿੰਤਾ ਕਰਨ ਦੀ ਲੋੜ ਨਹੀਂ, ਉਹਨੇ ਉਹਦਾ ਕੰਮ ਤਮਾਮ ਕਰਤਾ ਹੋਣਾ ਬਸ। ਹੁਣ ਆਉਣ ਵਾਲਾ ਹੀ। ਉਹ ਬਾਲੀ ਤੂੰ ਜਿਉਂਦਾ ਹੀ ਹੈ? हाँ मैं जिंदा है ते जिन्ना चिर तक मैं भ्रष्टाचार दी जड़ ना पटदी उन्ना चिर तक मैं मरूंगा नहीं। ਮੈਨੂੰ ਮਾਰਨਾ ਇੰਨਾ ਸੌਖਾ ਨਹੀਂ। ਮੈਂ ਮੁੱਖ ਮੰਤਰੀ ਹਾਂ, ਮੁੱਖ ਮੰਤਰੀ। ਤੂੰ ਮੇਰੀ ਪਾਵਰ ਨੂੰ ਨਹੀਂ ਜਾਣਦਾ। तू भाਵੇਂ कोई भी होवे मेरियां नजरां विच देश दा गद्दार है, गद्दार। ਤੈਨੂੰ ਇੱਕ ਅਧਿਕਾਰ ਕੀ ਨਹੀਂ ਦਿੱਤਾ? ਅਸੀਂ ਲੋਕਾਂ ਦੇ ਹੱਕ ਲੁੱਟ-ਲੁੱਟ ਕੇ ਹਜ਼ਮ ਕਰਦੇ ਨੇ, ਤੂੰ ਕਿਹੜੇ ਖੇਤ ਦੀ ਮੂਲੀ ਹੈ? ਸਭ ਨੂੰ ਸਭ ਦੇ ਹੱਕ ਦੇਾਂਗੇ, ਰਿਸ਼ਵਤਖੋਰਾਂ ਨੂੰ ਚੱਕ ਦੇਾਂਗੇ। ਮੈਂ ਤੈਨੂੰ ਅਦਾਲਤ 'ਚ ਦੇਖ ਨੂੰ ਵੱਡੇ। ਪਰ ਤੂੰ ਏਦਾਂ ਨਹੀਂ ਕਰ ਸਕਦਾ ਬਾਲੀ, ਤੂੰ ਏਦਾਂ ਨਹੀਂ ਕਰ ਸਕਦਾ। ਮੈਂ ਇਹਨਾਂ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹਾਂ ਔਰ ਮੈਂ ਇਹਨਾਂ ਦੀ ਸੇਵਾ ਕਰਨ ਵਾਸਤੇ ਮੁੱਖ ਮੰਤਰੀ ਹਾਂ। ਤੂੰ ਤੜਕੇ ਦਾ ਪਿਸਤੌਲ ਚੱਕੀ ਫਿਰਦਾ ਮੇਰੇ ਮਗਰ। ਇਹੋ ਤੇ ਇਹਨਾਂ ਦੀ ਗਲਤਫਹਿਮੀ ਹੈ। ਤੂੰ ਇਹਨਾਂ ਦਾ ਸੇਵਾਦਾਰ ਨਹੀਂ, ਤੂੰ ਇਹਨਾਂ ਦੇ ਹੱਕ ਖੋਣਾ ਹੈ, ਹੱਕ। ਦੇਖਦੇ ਕੀ ਹੋ ਭਰਾਵੋ, ਮਾਰੋ ਇਸ ਗੁੰਡੇ ਨੂੰ, ਮਾਰੋ। ਮੈਨੂੰ ਮਾਰਨ ਤੋਂ ਪਹਿਲਾਂ ਇਸ ਮੰਤਰੀ ਦੀ ਸੱਚਾਈ ਜਾਣੋ। ਤੁਹਾਡੇ ਬਾਰੇ ਇਹਦੀ ਕੀ ਰਾਏ ਹੈ? ਗੱਲ ਕਰਦੇ ਹੋ? ਜਨਤਾ ਦਾ ਕੁੱਤੇ ਦੀ ਤਰ੍ਹਾਂ ਹੈ ਤੇ ਕੁੱਤੇ ਦੀ ਰੋਟੀ ਪਾਓ ਪਿੱਛੇ ਪਿੱਛੇ ਆਂਦਾ ਹੈ। ਉਹਦਾ ਜਨਤਾ ਹੈ, ਨੋਟਾਂ ਦਾ ਲਾਲਚ ਦੋ, ਕੁੱਤੇ ਦੀ ਤਰ੍ਹਾਂ ਦੋ ਮਾਲਾਂ ਦੇ ਲਾਂਦੇ ਪਿੱਛੇ ਆਂਦੇ। ਜਨਤਾ ਦਾ ਭੁੱਖੀ ਹੈ, ਦਾਰੂ ਦੀ, ਪੈਸੇ ਦੀ, ਕੁੱਤੇ ਦੇ ਸਮਾਨ ਹੁੰਦੀ ਹੈ। ਮਾਰੋ ਮਾਰੋ खुश ना हो। जे भ्रष्टाचार ਨੂੰ ਖਤਮ ਕਰਨਾ ਹੈ ਤਾਂ ਉਹਦੀ ਜੜ ਫੜੋ। ਭ੍ਰਿਸ਼ਟਾਚਾਰ ਦਾ ਸਿਰਫ ਇੱਕ ਹੀ ਖਾਤਮਾ ਹੈ ਤੇ ਅੰਤੇ ਉਹ ਆ ਗੋਲੀ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ।